ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ 'ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਤਾਂ ਸ਼ੁਰੂ ਕਰਦੇ ਹਾਂ ਜੀ। ਸੁਖਦੀਪ ਸੌਂ ਗਈ ਤੂੰ? ਬੈੱਡ 'ਤੇ ਪੈ ਬਲਜੀਤ ਨੇ ਮੈਨੂੰ ਪੁੱਛਿਆ। ਮੈਂ ਕਿਹਾ ਨਹੀਂ, ਬਸ ਨੀਂਦ ਆਉਣ ਹੀ ਵਾਲੀ ਸੀ। ਕੀ ਹੋਇਆ, ਕੁਝ ਚਾਹੀਦਾ ਹੈ? ਮੈਂ ਬਲਜੀਤ ਨੂੰ ਪੁੱਛਿਆ। ਨਹੀਂ, ਕੁਝ ਨਹੀਂ ਚਾਹੀਦਾ, ਬਸ ਨੀਂਦ ਨਹੀਂ ਆ ਰਹੀ ਸੀ। ਕੀ ਗੱਲ ਹੋ ਗਈ, ਨੀਂਦ ਕਿਉਂ ਨਹੀਂ ਆ ਰਹੀ? ਸੁਖਦੀਪ, ਮੈਂ ਤੈਨੂੰ ਇੱਕ ਗੱਲ ਕਹਾਂ। ਮੈਂ ਕਿਹਾ ਹਾਂ, ਕਹੋ, ਕੀ ਕਹਿਣਾ ਹੈ ਤੁਸੀਂ? ਪ੍ਰਤਾਪ ਚੱਲਿਆ ਹੈ ਤੇ ਮੈਨੂੰ ਚੰਗਾ ਨਹੀਂ ਲੱਗ ਰਿਹਾ। ਤੂੰ ਉਹਨਾਂ ਨੂੰ ਰਹਿਣ ਲਈ ਕਿਉਂ ਨਹੀਂ ਕਹਿੰਦੀ? ਇਹਨਾਂ ਤੋਂ ਬਿਨਾਂ ਘਰ ਕਿੰਨਾ ਸੁੰਨਾ ਸੁੰਨਾ ਹੋ ਜਾਏਗਾ। ਉਹ ਜਿਵੇਂ ਚਾਹੁੰਦਾ ਹੈ ਆਪਾਂ ਉਵੇਂ ਹੀ ਕਰ ਦਿਆਂਗੇ। ਜੇ ਉਸ ਨੂੰ ਜ਼ਮੀਨ ਆਪਣੇ ਨਾਮ ਚਾਹੀਦੀ ਹੈ ਤਾਂ ਕਿਉਂ ਨਹੀਂ ਕਰਨ ਦਿੰਦੀ ਤੂੰ? ਕੀ ਤੂੰ ਰਹਿ ਸਕੇਂਗੀ ਉਹਨਾਂ ਤੋਂ ਬਿਨਾਂ? ਬਲਜੀਤ, ਸੌਂ ਜਾਓ। ਆਪਾਂ ਪਹਿਲਾਂ ਵੀ ਇਸ ਟੌਪਿਕ 'ਤੇ ਗੱਲ ਕਰ ਚੁੱਕੇ ਹਾਂ। ਸਵੇਰੇ ਗੱਲ ਕਰਾਂਗੇ, ਹੁਣ ਸੌਂ ਜਾਓ। ਇੰਨਾ ਕਹਿ ਕੇ ਮੈਂ ਦੂਜੇ ਪਾਸੇ ਮੂੰਹ ਕਰਕੇ ਸੌਣ ਦਾ ਨਾਟਕ ਕਰਨ ਲੱਗੀ, ਪਰ ਬਲਜੀਤ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਹ ਅੱਖਾਂ ਬੰਦ ਕਰਕੇ ਪੈ ਗਿਆ। ਜਾਣਦੇ ਤਾਂ ਅਸੀਂ ਦੋਵੇਂ ਹੀ ਸੀ ਕਿ ਸਾਨੂੰ ਨੀਂਦ ਨਹੀਂ ਆ ਰਹੀ, ਪਰ ਹੁਣ ਚੁੱਪ ਵਿੱਚ ਹੀ ਭਲਾਈ ਸੀ। ਰਾਤ ਦੇ 2 ਵੱਜ ਗਏ ਸੀ, ਪਰ ਅੱਖਾਂ ਵਿੱਚ ਨੀਂਦ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਸਾਡਾ ਇੱਕੋ ਇੱਕ ਪੁੱਤ ਸੀ ਤੇ ਉਹ ਵੀ ਕੱਲ੍ਹ ਨੂੰ ਫਲੈਟ ਵਿੱਚ ਸ਼ਿਫਟ ਹੋਣ ਲਈ ਆਪਣੇ ਮੁੰਡੇ ਤੇ ਪਤਨੀ ਸਮੇਤ ਜਾ ਰਿਹਾ ਸੀ। 2 ਮਹੀਨਿਆਂ ਦੇ ਚੱਲ ਰਹੇ ਲੜਾਈ ਝਗੜੇ ਨੇ ਕੱਲ੍ਹ ਨੂੰ ਖਤਮ ਹੋ ਜਾਣਾ ਸੀ ਤੇ ਬੱਚਿਆਂ ਦੇ ਜਾਣ ਤੋਂ ਬਾਅਦ ਅਸੀਂ ਦੋਵੇਂ ਇਸ ਘਰ ਵਿੱਚ ਇਕੱਲੇ ਰਹਿ ਜਾਣਾ ਸੀ। ਹਮੇਸ਼ਾ ਮੈਂ ਸਾਰਿਆਂ ਦੀ ਜਿੱਦ ਅੱਗੇ ਗੋਡੇ ਟੇਕੇ ਸੀ, ਪਰ ਇਸ ਵਾਰ ਮੇਰੀ ਜਿੱਦ ਅੱਗੇ ਸਾਰਿਆਂ ਨੂੰ ਝੁਕਣਾ ਪਿਆ। ਪ੍ਰਤਾਪ ਸਾਡਾ ਇਕਲੌਤਾ ਪੁੱਤ ਸੀ। ਮੈਂ ਇੱਕ ਹੋਰ ਬੱਚਾ ਲੈਣਾ ਚਾਹੁੰਦੀ ਸੀ। ਬਲਜੀਤ ਦੀ ਜਿੱਦ ਸੀ ਕਿ ਅਸੀਂ ਸਿਰਫ ਇੱਕ ਬੱਚਾ ਹੀ ਲਵਾਂਗੇ, ਉਸ ਨੂੰ ਪੜ੍ਹਾ ਲਿਖਾ ਕੇ ਪੈਰਾਂ ਸਿਰ ਖੜਾ ਕਰਾਂਗੇ। ਬਲਜੀਤ ਕਾਲਜ ਵਿੱਚ ਪ੍ਰੋਫੈਸਰ ਸੀ ਤੇ ਮੈਂ ਹਾਊਸਵਾਈਫ। ਬਲਜੀਤ ਨੂੰ ਨੌਕਰੀ ਵਾਲੀ ਪਤਨੀ ਨਹੀਂ ਚਾਹੀਦੀ ਸੀ। ਹਾਲਾਂਕਿ ਉਸ ਨੂੰ ਬਹੁਤ ਪੜ੍ਹੀਆਂ ਲਿਖੀਆਂ ਕੁੜੀਆਂ ਦੇ ਰਿਸ਼ਤੇ ਆਏ, ਪਰ ਬਲਜੀਤ ਇੱਕ ਸਿੱਧੀ ਸਾਦੀ ਤੇ ਘਰੇਲੂ ਕੁੜੀ ਨਾਲ ਹੀ ਵਿਆਹ ਕਰਨਾ ਚਾਹੁੰਦਾ ਸੀ। ਇਹ ਇਸ ਦੀ ਜਿੱਦ ਸੀ। ਜੇ ਵਿਆਹ ਕਰਨਾ ਹੈ ਤਾਂ ਘੱਟ ਪੜ੍ਹੀ ਲਿਖੀ ਤੇ ਘਰੇਲੂ ਕੁੜੀ ਨਾਲ। ਤੇ ਪਿੰਡ ਵਿੱਚ ਪੜ੍ਹੀ 12 ਜਮਾਤਾਂ, ਜਾਣੀ ਕਿ ਮੈਂ ਇਸ ਘਰ ਵਿੱਚ ਆ ਗਈ। ਮੈਂ ਇੱਕ ਸਧਾਰਨ ਜਿਹੇ ਘਰ ਵਿੱਚੋਂ ਆਈ ਇੱਕ ਸਿੱਧੀ ਸਾਦੀ ਕੁੜੀ ਸੀ। ਮੇਰੇ ਪਿਤਾ ਜੀ ਇੱਕ ਸਰਕਾਰੀ ਦਫ਼ਤਰ ਵਿੱਚ ਸਰਕਾਰੀ ਕਲਰਕ ਸੀ ਤੇ ਮਾਂ ਹਾਊਸਵਾਈਫ ਸੀ। ਅਸੀਂ 3 ਭੈਣ ਭਰਾ ਸੀ। ਮੈਂ ਸਰਕਾਰੀ ਸਕੂਲ ਵਿੱਚ 12ਵੀਂ ਤੱਕ ਪੜ੍ਹੀ ਸੀ ਤੇ ਮੇਰੇ ਦੋਵੇਂ ਛੋਟੇ ਭਰਾ ਵੀ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੇ ਸੀ। ਬਲਜੀਤ ਦੇ ਪਰਿਵਾਰ ਵਿੱਚ ਸਿਰਫ ਬਲਜੀਤ ਦੇ ਮੰਮੀ ਪਾਪਾ ਹੀ ਸੀ। ਬਲਜੀਤ ਦੀ ਮੰਮੀ ਸਕੂਲ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰ ਹੋਈ ਸੀ ਤੇ ਬਲਜੀਤ ਦੇ ਪਾਪਾ ਵੀ ਕਾਲਜ ਵਿੱਚੋਂ ਸੀਨੀਅਰ ਪ੍ਰੋਫੈਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਸੀ। ਤੇ ਬਲਜੀਤ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਇੱਕ ਵਧੀਆ ਪਰਿਵਾਰ ਵਿੱਚ ਵਿਆਹ ਹੋਇਆ ਸੀ। ਬਹੁਤ ਹੀ ਵਧੀਆ ਪਰਿਵਾਰ ਸੀ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਸੀ। ਇੱਕ ਪੜ੍ਹੀ ਲਿਖੀ ਫੈਮਿਲੀ ਵਿੱਚ ਐਡਜਸਟ ਕਰਨ ਵਿੱਚ ਮੈਨੂੰ ਸ਼ੁਰੂ ਵਿੱਚ ਬਹੁਤ ਦਿੱਕਤ ਹੋਈ, ਪਰ ਘਰ ਦੇ ਕੰਮ ਮੈਂ ਸਾਰੇ ਜਾਣਦੀ ਸੀ। ਫਿਰ ਮੈਂ ਹੌਲੀ ਆਪਣੇ ਆਪ ਨੂੰ ਘਰ ਦੇ ਹਿਸਾਬ ਨਾਲ ਢਾਲ ਲਿਆ। ਸਾਰਿਆਂ ਦੀ ਪਸੰਦ ਨਾਪਸੰਦ ਦਾ ਖਿਆਲ ਰੱਖਣਾ, ਇਹੀ ਸੀ ਮੇਰੀ ਜ਼ਿੰਦਗੀ। ਫਿਰ ਵਿਆਹ ਦੇ 5 ਸਾਲ ਬਾਅਦ ਸਾਡੇ ਘਰ ਪੁੱਤ ਜਾਨੀ ਪ੍ਰਤਾਪ ਨੇ ਜਨਮ ਲਿਆ। ਇੰਨੇ ਸਾਲਾਂ ਤੋਂ ਜਦੋਂ ਕੋਈ ਬੱਚਾ ਹੁੰਦਾ ਹੈ ਤਾਂ ਸਾਰਿਆਂ ਦਾ ਲਾਡਲਾ ਹੁੰਦਾ ਹੈ। ਇਸ ਤਰ੍ਹਾਂ ਪ੍ਰਤਾਪ ਵੀ ਸਾਡਾ ਸਾਰਿਆਂ ਦਾ ਸ਼ੁਰੂ ਤੋਂ ਲਾਡਲਾ ਸੀ। ਮੰਮੀ ਪਾਪਾ ਵੀ ਉਸ ਤੋਂ ਜਾਨ ਵਾਰਦੇ ਸੀ ਤੇ ਉਸ ਦੀ ਹਰ ਇੱਕ ਜਿੱਦ ਪੂਰੀ ਕਰਦੇ ਸੀ। ਸ਼ੁਰੂ ਤੋਂ ਹੀ ਉਸ ਨੂੰ ਸਾਰਿਆਂ ਦਾ ਲਾਡ ਪਿਆਰ ਮਿਲਿਆ ਸੀ ਤੇ ਫਿਰ ਜਦੋਂ ਉਸ ਦੇ ਸਕੂਲ ਜਾਣ ਦਾ ਟਾਈਮ ਆਇਆ ਤਾਂ ਇਸ ਵਾਰ ਫਿਰ ਬਲਜੀਤ ਦੀ ਜਿੱਦ ਸੀ ਕਿ ਪ੍ਰਤਾਪ ਨੂੰ ਹੋਸਟਲ ਵਿੱਚ ਹੀ ਲਾਵਾਂਗੇ। ਬਲਜੀਤ ਦਾ ਸੋਚਣਾ ਸੀ ਕਿ ਘਰ ਵਿੱਚ ਸਾਰਿਆਂ ਦੇ ਪਿਆਰ ਤੇ ਲਾਡ ਕਰਕੇ ਪ੍ਰਤਾਪ ਵਿਗੜ ਰਿਹਾ ਹੈ। ਇੱਕੋ ਇੱਕ ਬੱਚਾ ਹੈ ਤੇ ਉਹ ਵੀ ਬਾਹਰ ਪੜ੍ਹੇਗਾ। ਇਹ ਸੋਚ ਕੇ ਅਸੀਂ ਬਹੁਤ ਰੋਂਦੇ, ਪਰ ਬਲਜੀਤ ਦੀ ਜਿੱਦ ਅੱਗੇ ਸਾਡੀ ਇੱਕ ਨਾ ਚੱਲੀ। ਪ੍ਰਤਾਪ ਨੂੰ ਘਰ ਤੋਂ ਦੂਰ ਪਟਿਆਲੇ ਇੱਕ ਹੋਸਟਲ ਵਿੱਚ ਪੜ੍ਹਨ ਲਈ ਭੇਜ ਦਿੱਤਾ। ਉਸ ਦਿਨ ਪ੍ਰਤਾਪ ਵੀ ਬਹੁਤ ਰੋਇਆ ਤੇ ਅਸੀਂ ਵੀ ਬਹੁਤ ਰੋਏ, ਪਰ ਬਲਜੀਤ ਤਾਂ ਜਿਵੇਂ ਪੱਥਰ ਹੀ ਬਣਿਆ ਹੋਇਆ ਸੀ। ਸਾਡੇ ਰੋਣ ਦਾ ਉਸ 'ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਮੰਮੀ ਪਾਪਾ ਵੀ ਬਹੁਤ ਪ੍ਰਤਾਪ ਨੂੰ ਗਲੇ ਲਗਾ ਕੇ ਰੋਏ। ਉਹਨਾਂ ਨੇ ਬਲਜੀਤ ਦੀਆਂ ਬਹੁਤ ਮਿੰਨਤਾਂ ਕੀਤੀਆਂ,
ਪਰ ਆਖਰਕਾਰ ਸਾਨੂੰ ਸਾਰਿਆਂ ਨੂੰ ਬਲਜੀਤ ਦੀ ਜਿੱਦ ਅੱਗੇ ਝੁਕਣਾ ਪਿਆ। ਆਪਣੇ ਪੋਤੇ ਨੂੰ ਯਾਦ ਕਰਕੇ ਮੰਮੀ ਪਾਪਾ ਬਹੁਤ ਰੋਂਦੇ ਸੀ ਤੇ ਕੁਝ ਸਮੇਂ ਬਾਅਦ ਮੰਮੀ ਪਾਪਾ ਵੀ ਸਵਰਗਵਾਸ ਹੋ ਗਏ। ਸਮਾਂ ਬੀਤਦਾ ਗਿਆ ਤੇ ਪ੍ਰਤਾਪ ਦੀ ਪੜ੍ਹਾਈ ਪੂਰੀ ਹੋ ਗਈ ਤੇ ਕਿਸੇ ਵਧੀਆ ਵਿਦੇਸ਼ੀ ਕੰਪਨੀ ਵਿੱਚ ਵਧੀਆ ਪੈਕੇਜ ਨਾਲ ਉਸ ਨੂੰ ਚੰਗੀ ਜੌਬ ਮਿਲ ਗਈ। ਪ੍ਰਤਾਪ ਨੇ ਆਪਣੀ ਪਸੰਦ ਦੀ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਜੌਬ ਕਰਨ ਵਾਲੀ ਕੁੜੀ ਤੀਰਥ ਨਾਲ ਲਵ ਮੈਰਿਜ ਕਰ ਲਈ ਤੇ ਹੁਣ ਉਹਨਾਂ ਦਾ 2 ਸਾਲਾਂ ਦਾ ਇੱਕ ਮੁੰਡਾ ਹੈ ਜੋ ਸਾਡੀਆਂ ਅੱਖਾਂ ਦਾ ਤਾਰਾ ਹੈ। ਬਲਜੀਤ ਨੂੰ ਰਿਟਾਇਰ ਹੋਏ ਹੁਣ 3 ਸਾਲ ਹੋ ਗਏ ਹਨ ਤੇ ਇਹਨਾਂ 3 ਸਾਲਾਂ ਵਿੱਚ ਮੈਂ ਪ੍ਰਤਾਪ ਨੂੰ ਆਪਣੇ ਪਾਪਾ ਕੋਲ ਬੈਠੇ ਹੋਏ ਕਦੇ ਨਹੀਂ ਵੇਖਿਆ। ਉਹ ਹਮੇਸ਼ਾ ਆਪਣੇ ਪਾਪਾ ਨਾਲ ਖਿੰਝਿਆ ਰਹਿੰਦਾ ਹੈ, ਕਦੇ ਵੀ ਅੱਖ ਮਿਲਾ ਕੇ ਗੱਲ ਨਹੀਂ ਕਰਦਾ। ਘਰ ਵਿੱਚ ਸਭ ਕੁਝ ਠੀਕ ਹੀ ਚੱਲ ਰਿਹਾ ਸੀ ਕਿ ਅਚਾਨਕ ਪ੍ਰਤਾਪ ਨੇ ਜਿੱਦ ਫੜ ਲਈ ਕਿ ਮੈਂ ਬਿਜ਼ਨਸ ਕਰਨਾ ਹੈ ਤੇ ਬਿਜ਼ਨਸ ਲਈ ਮੈਨੂੰ ਪੈਸੇ ਚਾਹੀਦੇ ਹਨ। ਇਸ ਲਈ ਮੈਂ ਜ਼ਮੀਨ ਆਪਣੇ ਨਾਮ ਕਰਵਾਉਣੀ ਹੈ ਤਾਂ ਕਿ ਮੈਂ ਜ਼ਮੀਨ 'ਤੇ ਲੋਨ ਲੈ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਾਂ। ਘਰ ਵਿੱਚ ਇੰਨੀ ਟੈਨਸ਼ਨ ਦਾ ਮਾਹੌਲ ਕਦੇ ਨਹੀਂ ਬਣਿਆ ਸੀ। ਬਲਜੀਤ ਜੋ ਹਮੇਸ਼ਾ ਇੰਨੇ ਸਟਰੋਂਗ ਸੀ, ਉਹ ਵੀ ਹੁਣ ਪਰੇਸ਼ਾਨ ਰਹਿਣ ਲੱਗੇ। ਉਹ ਪ੍ਰਤਾਪ ਨੂੰ ਤਾਂ ਕੁਝ ਵੀ ਨਹੀਂ ਕਹਿੰਦੇ ਸੀ, ਪਰ ਮੈਨੂੰ ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਪ੍ਰਤਾਪ ਨੂੰ ਸਮਝਾਵਾਂ ਜ਼ਮੀਨ 'ਤੇ ਲੋਨ ਨਾ ਲਵੇ। ਮੈਂ ਪ੍ਰਤਾਪ ਨੂੰ ਸਮਝਾ ਕੇ ਥੱਕ ਗਈ ਸੀ, ਪਰ ਪ੍ਰਤਾਪ ਆਪਣੀ ਗੱਲ ਤੋਂ ਟਸ ਤੋਂ ਮਸ ਹੋਣ ਲਈ ਵੀ ਤਿਆਰ ਨਹੀਂ ਸੀ। ਅਜੇ ਪਰਸੋਂ ਰਾਤ ਦੀ ਹੀ ਗੱਲ ਸੀ। ਮੈਂ ਪ੍ਰਤਾਪ ਦੇ ਕਮਰੇ ਦੇ ਅੱਗੋਂ ਦੀ ਲੰਘ ਰਹੀ ਸੀ। ਮੈਂ ਪ੍ਰਤਾਪ ਨੂੰ ਤੀਰਥ ਨਾਲ ਗੱਲ ਕਰਦੇ ਸੁਣਿਆ। ਉਸ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਝੁਕ ਗਿਆ। ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਵੇ। ਪ੍ਰਤਾਪ ਤੀਰਥ ਨੂੰ ਕਹਿ ਰਿਹਾ ਸੀ, ਪਾਪਾ ਪਤਾ ਨਹੀਂ ਮੰਨ ਕਿਉਂ ਨਹੀਂ ਰਹੇ। ਇਸ ਪ੍ਰਾਪਰਟੀ ਦਾ ਮੈਂ ਇਕੱਲਾ ਵਾਰਸ ਹਾਂ। ਇਸ ਘਰ ਤੇ ਜ਼ਮੀਨ ਤੇ ਉੱਤੇ ਮੇਰਾ ਵੀ ਹੱਕ ਹੈ। ਅੱਜ ਨਹੀਂ ਤਾਂ ਕੱਲ੍ਹ ਇਹ ਮੈਨੂੰ ਹੀ ਮਿਲਣਾ ਹੈ ਤੇ ਫਿਰ ਅੱਜ ਹੀ ਕਿਉਂ ਨਹੀਂ। ਮੇਰੇ ਪਿਓ ਨੇ ਵੀ ਤਾਂ ਆਪਣੇ ਪਿਓ ਤੋਂ ਇਹ ਜ਼ਮੀਨ ਆਪਣੇ ਨਾਮ ਕਰਵਾਈ ਹੋਏਗੀ ਤੇ ਫਿਰ ਪਾਪਾ ਨੂੰ ਜ਼ਮੀਨ ਮੇਰੇ ਨਾਮ ਕਰਨ ਵਿੱਚ ਕੀ ਪ੍ਰੋਬਲਮ ਹੈ। ਪ੍ਰਤਾਪ ਦੀ ਗੱਲ ਤੇ ਤੀਰਥ ਨੇ ਕਿਹਾ ਕਿ ਪ੍ਰਤਾਪ ਤੂੰ ਆਪਣੀ ਮੰਮੀ ਨਾਲ ਗੱਲ ਕਰ। ਤੇਰੀ ਮੰਮੀ ਦੀ ਗੱਲ ਤੇਰੇ ਪਾਪਾ ਨਹੀਂ ਟਾਲਦੇ। ਜਦੋਂ ਇਹ ਜ਼ਮੀਨ ਤੇਰੇ ਨਾਮ ਹੋ ਜਾਏਗੀ ਤਾਂ ਫਿਰ ਆਪਾਂ ਇਸ ਜ਼ਮੀਨ ਨੂੰ ਵੇਚ ਦਿਆਂਗੇ। ਇੱਥੇ ਜ਼ਮੀਨ ਦਾ ਰੇਟ ਬਹੁਤ ਹੈ ਤੇ ਆਪਾਂ ਘੱਟ ਰੇਟ 'ਤੇ ਜ਼ਮੀਨ ਕਿਤੇ ਹੋਰ ਲੈ ਲਵਾਂਗੇ। ਤੂੰ ਕਹਿ ਤਾਂ ਸਹੀ ਰਹੀ ਹੈ ਤੀਰਥ, ਪਰ ਪਾਪਾ ਨੂੰ ਮਨਾਉਣਾ ਬਹੁਤ ਔਖਾ ਹੈ। ਇਹ ਸ਼ੁਰੂ ਤੋਂ ਹੀ ਬਹੁਤ ਜਿੱਦੀ ਸੀ। ਬਚਪਨ ਵਿੱਚ ਮੈਨੂੰ ਆਪਣੀ ਜਿੱਦ ਕਰਕੇ ਇਸ ਨੇ ਹੋਸਟਲ ਵਿੱਚ ਪੜ੍ਹਨ ਲਾ ਦਿੱਤਾ ਸੀ। ਮੈਂ ਕਿਵੇਂ ਭੁੱਲ ਸਕਦਾ ਹਾਂ, ਕਿੰਨਾ ਰੋਇਆ ਸੀ ਮੈਂ, ਪਰ ਇਸ ਦੇ ਉੱਤੇ ਮੇਰੇ ਹੰਝੂਆਂ ਦਾ ਕੋਈ ਅਸਰ ਨਹੀਂ ਹੋਇਆ। ਤੇ ਮੇਰੀ ਮਾਂ, ਜਿਸ ਨੇ ਕਦੀ ਵੀ ਮੇਰੇ ਪਿਓ ਨੂੰ ਨਹੀਂ ਸਮਝਾਇਆ, ਹਮੇਸ਼ਾ ਉਸ ਦੀ ਹਾਂ ਵਿੱਚ ਹਾਂ ਮਿਲਾਈ। ਇਹਨਾਂ ਦੋਨਾਂ ਨੂੰ ਤਾਂ ਮੈਂ ਖੂਨ ਦੇ ਹੰਝੂ ਰੋਂਦੇ ਹੋਏ ਵੇਖਣਾ ਚਾਹੁੰਦਾ ਹਾਂ। ਆਪਣੇ ਪੁੱਤ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਰਹੀ ਸੀ ਮੈਂ। ਇਸ ਤੋਂ ਅੱਗੇ ਕੁਝ ਵੀ ਸੁਣਨ ਦੀ ਮੇਰੀ ਹਿੰਮਤ ਨਹੀਂ ਸੀ। ਮੇਰੇ ਪੈਰ ਕੰਬ ਰਹੇ ਸੀ, ਮੈਨੂੰ ਚੱਕਰ ਆਉਣ ਲੱਗੇ। ਪਤਾ ਨਹੀਂ ਕਿਵੇਂ ਮੈਂ ਆਪਣੇ ਕਮਰੇ ਵਿੱਚ ਬੈੱਡ 'ਤੇ ਚੱਲ ਕੇ ਆਈ। ਬਸ ਉਸ ਰਾਤ ਹੀ ਮੈਂ ਫੈਸਲਾ ਕਰ ਲਿਆ ਸੀ, ਬਸ ਪ੍ਰਤਾਪ ਨੂੰ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਿਣ ਦਿਆਂਗੀ। ਕਿੰਨਾ ਜ਼ਹਿਰ ਭਰਿਆ ਹੋਇਆ ਸੀ ਉਸ ਦੇ ਮਨ ਵਿੱਚ, ਤੇ ਮੈਂ ਇਹੀ ਸੋਚ ਰਹੀ ਸੀ ਕਿ ਸਾਡਾ ਪੁੱਤ ਇਸ ਤਰ੍ਹਾਂ ਕਿਵੇਂ ਸੋਚ ਸਕਦਾ ਹੈ। ਅਸੀਂ ਇਸ ਨੂੰ ਇਹੋ ਜਿਹੇ ਸੰਸਕਾਰ ਤਾਂ ਨਹੀਂ ਦਿੱਤੇ ਸੀ। ਫਿਰ ਮੈਨੂੰ ਯਾਦ ਆਇਆ ਕਿ ਸੰਸਕਾਰ ਤਾਂ ਅਸੀਂ ਦਿੱਤੇ ਹੀ ਨਹੀਂ। ਹੋਸਟਲ ਵਿੱਚ ਰਹਿ ਕੇ ਆਪਣੇ ਪਰਿਵਾਰ ਲਈ ਮੋਹ ਪਿਆਰ ਤੇ ਸਤਿਕਾਰ ਕਿੱਥੋਂ ਆਏਗਾ। ਰਿਸ਼ਤਿਆਂ ਦਾ ਦਰਦ ਕੀ ਹੁੰਦਾ ਹੈ ਇਸ ਨੂੰ ਕਿਵੇਂ ਪਤਾ ਲੱਗਦਾ। ਜੇ ਪਰਿਵਾਰ ਵਿੱਚ ਰਹਿ ਕੇ ਵੱਡਾ ਹੋਇਆ ਹੁੰਦਾ ਤਾਂ ਹੀ ਇਸ ਨੂੰ ਪਤਾ ਲੱਗਦਾ। ਜਿਹੜਾ ਬੱਚਾ ਛੁੱਟੀਆਂ ਵਿੱਚ ਕਦੀ ਘਰ ਆਉਂਦਾ ਸੀ, ਉਹ ਕਿਵੇਂ ਜਾਣਦਾ ਮਾਂ-ਪਿਓ ਕੀ ਚੀਜ਼ ਹੁੰਦੇ ਹਨ। ਜਦੋਂ ਛੁੱਟੀਆਂ ਵਿੱਚ ਘਰ ਆਉਂਦਾ ਸੀ ਤਾਂ ਉਦੋਂ ਵੀ ਇਹ ਆਪਣੇ ਕਮਰੇ ਵਿੱਚ ਹੀ ਰਹਿੰਦਾ। ਜਿੰਨਾ ਮਰਜ਼ੀ ਬੁਲਾਉਂਦੇ, ਸਿਰਫ ਰੋਟੀ ਖਾਂਦਾ ਤੇ ਆਪਣੇ ਕਮਰੇ ਵਿੱਚ ਫਿਰ ਚਲਾ ਜਾਂਦਾ। ਸੁੱਖ ਸਹੂਲਤਾਂ ਦੀ ਸਾਡੇ ਘਰ ਵਿੱਚ ਕੋਈ ਕਮੀ ਨਹੀਂ ਸੀ। ਹਰ ਨਵੀਂ ਚੀਜ਼ ਇਸ ਨੂੰ ਜਿੱਦ ਕਰਕੇ ਹੀ ਮਿਲ ਜਾਂਦੀ ਸੀ। ਆਪਣੇ ਪਾਪਾ ਨਾਲ ਤਾਂ ਇਸ ਦੀ ਬਚਪਨ ਵਿੱਚ ਹੀ ਨਹੀਂ ਬਣਦੀ ਸੀ। ਦੋਨੇ ਆਪਸ ਵਿੱਚ ਬਹੁਤ ਘੱਟ ਗੱਲਾਂ ਕਰਦੇ। ਉਸ ਵਕਤ ਵੀ ਮੈਂ ਇਹਨਾਂ ਦੋਨਾਂ ਵਿੱਚ ਬਣੀ ਵਿੱਥ ਨੂੰ ਭਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਮੈਨੂੰ ਲੱਗਦਾ ਸੀ ਕਿ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਏਗਾ, ਪਰ ਮੈਨੂੰ ਨਹੀਂ ਪਤਾ ਸੀ
ਕਿ ਇਹ ਵਿੱਤ ਪ੍ਰਤਾਪ ਦੇ ਅੰਦਰ ਬਹੁਤ ਵੱਡਾ ਜ਼ਹਿਰ ਭਰ ਦੇਗੀ। ਪਰ ਅੱਜ ਇਹ ਸਾਰੀਆਂ ਗੱਲਾਂ ਸੁਣ ਕੇ ਤਾਂ ਮੇਰੀਆਂ ਅੱਖਾਂ ਹੀ ਖੁੱਲ੍ਹ ਗਈਆਂ। ਸਵੇਰੇ ਉੱਠਦੇ ਸਾਰ ਹੀ ਮੈਂ ਸਭ ਤੋਂ ਪਹਿਲਾਂ ਪ੍ਰਤਾਪ ਨੂੰ ਬੁਲਾ ਕੇ ਆਪਣਾ ਫੈਸਲਾ ਸੁਣਾਇਆ। ਮੈਂ ਕਿਹਾ, ਪ੍ਰਤਾਪ, ਅਸੀਂ ਇਹ ਜ਼ਮੀਨ ਤੇਰੇ ਨਾਂ ਨਹੀਂ ਕਰਾਂਗੇ। ਜਦੋਂ ਤੱਕ ਤੇਰੇ ਪਾਪਾ ਤੇ ਮੈਂ ਜਿਉਂਦੇ ਹਾਂ ਉਦੋਂ ਤੱਕ ਇਹ ਜ਼ਮੀਨ ਸਾਡੇ ਨਾਂ ਹੀ ਰਹੇਗੀ। ਜੇ ਬਿਜ਼ਨਸ ਕਰਨਾ ਹੈ ਤਾਂ ਤੂੰ ਆਪਣੇ ਪੈਸੇ ਨਾਲ ਕਰ। ਇੰਨਾ ਹੀ ਨਹੀਂ, ਜਿਹੜਾ ਪ੍ਰਤਾਪ ਨੇ ਸ਼ਹਿਰ ਵਿੱਚ ਫਲੈਟ ਲਿਆ ਸੀ, ਮੈਂ ਪ੍ਰਤਾਪ ਨੂੰ ਉੱਥੇ ਸ਼ਿਫਟ ਹੋਣ ਲਈ ਕਹਿ ਦਿੱਤਾ। ਪ੍ਰਤਾਪ ਨੇ ਘਰੋਂ ਜਾਣ ਦੀ ਵਜ੍ਹਾ ਪੁੱਛੀ ਤਾਂ ਮੈਂ ਉਸ ਨੂੰ ਕੋਈ ਜਵਾਬ ਨਾ ਦਿੱਤਾ। ਬਲਜੀਤ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੇ ਰਹੇ ਕਿ ਬੈਠ ਕੇ ਗੱਲ ਕਰਦੇ ਹਾਂ, ਕੋਈ ਨਾ ਕੋਈ ਹੱਲ ਤਾਂ ਜ਼ਰੂਰ ਨਿਕਲ ਆਵੇਗਾ। ਪਰ ਅੱਜ ਮੈਂ ਪਹਿਲੀ ਵਾਰ ਜ਼ਿੱਦ ਕੀਤੀ ਸੀ ਤੇ ਮੈਨੂੰ ਮੇਰੇ ਇਸ ਫੈਸਲੇ ਤੋਂ ਕੋਈ ਵੀ ਨਹੀਂ ਬਦਲ ਸਕਦਾ ਸੀ। ਪ੍ਰਤਾਪ ਨੂੰ ਮੈਂ 2 ਦਿਨ ਦੇ ਵਿੱਚ ਘਰੋਂ ਜਾਣ ਲਈ ਕਹਿ ਦਿੱਤਾ। ਮੇਰੀ ਨੂੰਹ ਤੀਰਥ ਨੇ ਵੀ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਨੂੰ ਵੀ ਕੁਝ ਬੋਲਣ ਦਾ ਮੌਕਾ ਨਹੀਂ ਦਿੱਤਾ। ਬਲਜੀਤ ਮੇਰੇ ਇਸ ਬਦਲਾਵ ਨੂੰ ਵੇਖ ਕੇ ਬਹੁਤ ਹੈਰਾਨ ਸੀ। ਸਾਰੀ ਜ਼ਿੰਦਗੀ ਬਲਜੀਤ ਦੀ ਜਿੱਦ ਹੀ ਤਾਂ ਚੱਲਦੀ ਆਈ ਸੀ। ਘਰ ਵਿੱਚ ਇੱਕ ਬੱਚਾ ਹੀ ਸੀ ਤੇ ਉਹ ਵੀ ਘਰ ਤੋਂ ਇੰਨਾ ਦੂਰ। ਕਿੰਨਾ ਰੋਂਦੀ ਸੀ ਮੈਂ ਦਿਨ ਰਾਤ ਪ੍ਰਤਾਪ ਨੂੰ ਯਾਦ ਕਰਕੇ, ਪਰ ਬਲਜੀਤ ਨੇ ਕਦੇ ਵੀ ਮੇਰੇ ਜਜ਼ਬਾਤਾਂ ਦੀ ਕਦਰ ਨਹੀਂ ਕੀਤੀ। ਤੇ ਪ੍ਰਤਾਪ ਜਦੋਂ ਛੁੱਟੀਆਂ ਵਿੱਚ ਘਰੇ ਆਉਂਦਾ, ਮੈਂ ਕਿੰਨੇ ਲਾਡ ਲਡਾਉਂਦੀ ਸੀ, ਪਰ ਉਹ ਆਪਣੀ ਦੁਨੀਆ ਵਿੱਚ ਹੀ ਮਸਤ ਰਹਿੰਦਾ। ਘਰ ਵਿੱਚ ਜੋ ਕੁਝ ਵੀ ਹੁੰਦਾ ਉਹ ਸਿਰਫ ਤੇ ਸਿਰਫ ਬਲਜੀਤ ਦੀ ਮਰਜ਼ੀ ਨਾਲ ਹੀ ਹੁੰਦਾ ਸੀ। ਮੇਰੀ ਮਰਜ਼ੀ ਕੀ ਹੈ, ਇਸ ਨਾਲ ਬਲਜੀਤ ਨੂੰ ਕੋਈ ਮਤਲਬ ਨਹੀਂ ਸੀ। ਤੇ ਹੁਣ ਜਦੋਂ ਬਲਜੀਤ ਰਿਟਾਇਰ ਹੋ ਕੇ ਘਰੇ ਰਹਿੰਦੇ ਆ ਤੇ ਆਪਣੇ ਪੋਤੇ ਨੂੰ ਖਿਡਾਉਣ ਲਈ ਕਿੰਨੇ ਉਤਸੁਕ ਰਹਿੰਦੇ ਹਨ, ਤੇ ਬਲਜੀਤ ਨੂੰ ਉਸ ਤੋਂ ਦੂਰ ਹੋਣ ਦਾ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ। ਕਦੀ ਸੋਚਿਆ ਕਿ ਮੈਂ ਆਪਣੇ ਪੁੱਤ ਤੋਂ ਕਿਵੇਂ ਦੂਰ ਰਹੀ ਹੋਵਾਂਗੀ ਤੇ ਮੰਮੀ ਪਾਪਾ ਆਪਣੇ ਪੋਤੇ ਤੋਂ ਕਿਵੇਂ ਦੂਰ ਰਹੇ ਹੋਣਗੇ, ਤੇ ਆਪਣਾ ਪੁੱਤ ਪ੍ਰਤਾਪ ਆਪਣੀ ਮਾਂ ਨੂੰ ਕਿਸ ਗੱਲ ਦੀ ਸਜ਼ਾ ਦੇਣੀ ਚਾਹੁੰਦਾ ਹੈ। ਤੇ ਹੁਣ ਜੇ ਸਜ਼ਾ ਮਿਲਣੀ ਹੀ ਹੈ ਤਾਂ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ, ਬਲਜੀਤ ਨੂੰ ਵੀ, ਪ੍ਰਤਾਪ ਨੂੰ ਵੀ ਤੇ ਮੈਨੂੰ ਵੀ। ਹਾਂ, ਇਹ ਸਜ਼ਾ ਮੇਰੇ ਲਈ ਵੀ ਤਾਂ ਹੈ, ਇੰਨਾ ਸਭ ਕੁਝ ਚੁੱਪਚਾਪ ਸਹਿਣ ਦੀ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਇੱਦਾਂ ਦੀਆਂ ਹੋਰ ਵੀ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।